ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਸਵਰਨ ਸਿੰਘ ਟਹਿਣਾ ਤਾਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਦੀ ਖਬਰ। ਦੋਸਤੋ, ਪਿਛਲੇ 2 ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਇਸ ਕਰਕੇ ਨਹੀਂ ਕਰ ਸਕੇ ਕਿਉਂਕਿ ਅਸੀਂ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਹਾਂ। ਆਮ ਤੌਰ ਦੇ ਉੱਤੇ ਤੁਹਾਨੂੰ ਸਟੂਡੀਓ ਦੇ ਵਿੱਚ ਪਿਛਲੇ ਪਾਸੇ ਖਬਰ ਦੀ ਖਬਰ ਦਾ ਤੁਹਾਨੂੰ ਉਹ ਦ੍ਰਿਸ਼ ਦੇਖਣ ਨੂੰ ਮਿਲਦਾ, ਪਰ ਐਤਕੀ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਅਸੀਂ ਸਟੂਡੀਓ ਦੇ ਵਿੱਚੋਂ ਬਾਹਰ ਹਾਂ। ਪਰ ਕਿਉਂਕਿ ਜਿੱਥੇ ਹਾਂ ਤੇ ਜਿਵੇਂ ਹਾਂ ਇਹਦੇ ਸਿਧਾਂਤ ਦੇ ਉੱਤੇ ਕੰਮ ਕਰਦੇ ਹਾਂ। ਖਬਰਾਂ ਦੀ ਸਾਂਝ ਪਾਉਣੀ, ਖਬਰਾਂ ਦੇ ਪ੍ਰਵਾਹ ਦੇ ਨਾਲ ਜੋੜਨਾ ਸਾਡਾ ਫਰਜ਼ ਆ, ਸਾਡੀ ਜ਼ਿੰਮੇਵਾਰੀ ਹੈ। ਤੇ ਇੱਥੇ ਬੈਠਿਆਂ ਵੀ ਜੋ ਪੰਜਾਬ ਦੇ ਬਾਬਤ ਖਬਰਾਂ ਮਿਲਦੀਆਂ, ਜਿਵੇਂ ਮਿਲਦੀਆਂ ਉਹਦੇ ਬਾਬਤ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਅਸੀਂ ਆਪਦਾ ਜ਼ਿੰਮਾ ਸਮਝਦੇ ਹਾਂ। ਪਹਿਲਾਂ ਇਹ ਦੱਸਣਾ ਬਣਦਾ ਕਿ ਅਸੀਂ ਲਗਭਗ 1 ਹਫ਼ਤੇ ਦੇ ਲਈ ਆਸਟ੍ਰੇਲੀਆ ਦੇ ਵਿੱਚ ਹਾਂ। ਵਲਗੂਲਗਾ ਖੇਤਰ ਆ ਜਿਹੜਾ, ਉੱਥੇ 34ਵੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਹੋਣ ਲੱਗੀ ਹੈ। 3 ਦਿਨ ਇੱਥੇ ਖੇਡਾਂ ਚੱਲਣੀਆਂ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਦੀ ਚਰਚਾ, ਤੇ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਵਲਗੂਲਗਾ ਖੇਤਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੇਡ ਪ੍ਰੇਮੀ ਪੰਜਾਬੀ ਪਿਆਰੇ ਪਹੁੰਚੇ ਹੋਏ ਆ। ਅਸੀਂ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮਣਾ ਖੱਟਣ ਵਾਲੇ ਪੰਜਾਬੀਆਂ ਨਾਲ ਗੱਲਬਾਤ ਵੀ ਕਰਾਂਗੇ ਤੇ ਮੇਲ ਮਿਲਾਪ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ। ਜਿਸ ਤਰੀਕੇ ਦੇ ਨਾਲ ਅਸੀਂ ਹਰ ਰੋਜ਼ ਪੰਜਾਬ ਦੇ ਵਿੱਚ ਬੈਠੇ ਸਾਂਝ ਪਾਉਂਦੇ ਆ ਕਿ ਮੌਸਮ ਦਾ ਕੀ ਹਾਲ ਹੈ। ਜੇ ਤਾਂ ਗੱਲ ਕਰਦੇ ਇੱਥੇ ਵਲਗੂਲਗਾ ਖੇਤਰ ਦੀ, ਮੌਸਮ ਦੀ ਮਰਜ਼ੀ ਚੱਲ ਰਹੀ ਹੈ। ਕਦੇ ਮੀਂਹ ਤੇ ਕਦੇ ਧੁੱਪ, ਕਦੇ ਬੱਦਲਵਾਈ, ਕਦੇ ਫਿਰ ਧੁੱਪ, ਮੌਸਮ ਝਕਾਨੀਆਂ ਦੇ ਰਿਹਾ। ਪਰ ਜੋ ਪੰਜਾਬੋਂ ਖਬਰਾਂ ਆਈਆਂ, ਪੰਜਾਬ ਦੇ ਵਿੱਚ ਲੰਘੇ 24 ਘੰਟਿਆਂ ਦੇ ਵਿੱਚ ਮੌਸਮ ਠੀਕ ਰਿਹਾ, ਤਪਸ਼ ਘਟ ਰਹੀ ਹੈ। ਪਰ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ। ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ, ਲਾਹੌਲ ਦੇ ਵਿੱਚ ਖਾਸ ਕਰਕੇ ਹਲਕੀ ਬਰਫ਼ਬਾਰੀ ਹੋਈ ਹੈ। ਸ਼ਿਮਲੇ ਤੇ ਕੁਝ ਹੋਰ ਹਿੱਸਿਆਂ ਦੇ ਵਿੱਚ ਗੜੇਮਾਰੀ ਹੋਈ ਹੈ। ਯਾਨੀ ਕਿ ਉੱਧਰੋਂ ਮੈਦਾਨੀ ਖੇਤਰ ਦੇ ਵੱਲ ਵੀ ਮੌਸਮ ਦੀ ਕਰਵਟ ਬਦਲਣ ਦੇ ਆਸਾਰ ਨਜ਼ਰ ਆ ਰਹੇ ਆ। ਇਸੇ ਦਰਮਿਆਨ ਗੱਲ ਇਹ ਵੀ ਆ ਕਿ ਜੇਕਰ ਮੀਂਹ ਪੈਂਦਾ, ਜੇਕਰ ਕਣੀਆਂ ਪੈਂਦੀਆਂ ਤਾਂ ਕਿਸਾਨੀ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਇਸ ਕਰਕੇ ਆ ਕਿਉਂਕਿ ਮੰਡੀਆਂ ਦੇ ਵਿੱਚ ਕਣਕ ਦੀਆਂ ਢੇਰੀਆਂ, ਕਿਉਂਕਿ ਖੇਤਾਂ ਦੇ ਵਿੱਚ ਕੰਬਾਈਨਾਂ ਜਿਹੜੀਆਂ ਉਹ ਘੁੰਮ ਰਹੀਆਂ, ਕਣਕਾਂ ਨੂੰ ਦਾਤੀ ਪਿਛਲੇ ਕਈ ਦਿਨਾਂ ਤੋਂ ਪਈ ਹੋਈ ਹੈ। ਇਸ ਕਰਕੇ ਕੁਦਰਤ ਦੇ ਅੱਗੇ ਅਰਦਾਸ ਆ, ਜੋੜੜੀ ਆ ਕਿ ਇਹ ਕੁਝ ਨਾ ਹੋਵੇ, ਮੌਸਮ ਇਸ ਵਕਤ ਕਰਵਟ ਨਾ ਬਦਲੇ। ਜੇਕਰ ਕੁਝ ਹਫ਼ਤੇ ਤੱਕ ਮੌਸਮ ਠੀਕ ਰਹਿੰਦਾ, ਕਿਸਾਨੀ ਜਿਹੜੀ ਕਿ ਪਹਿਲਾਂ ਸੰਕਟਾਂ ਦੇ ਵਿੱਚ ਘਿਰੀ ਹੋਈ ਹੈ, ਜਿਹੜੀ ਕਿਸਾਨੀ ਇਸ ਵਕਤ 5 ਤੋਂ ਲੈ ਕੇ 7 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਦਾ ਝਾੜ ਕੱਟਣ ਕਰਕੇ ਅੰਦਰੋਂ ਅੰਦਰੀ ਮਹਿਸੂਸੀ ਹੋਈ ਹੈ, ਸ਼ਾਇਦ ਉਹਨੂੰ ਹੋਰ ਨੁਕਸਾਨ ਨਹੀਂ ਝੱਲਣਾ ਪਊਗਾ ਜੇਕਰ ਮੌਸਮ ਠੀਕ ਰਿਹਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਭਗਵੰਤ ਮਾਨ ਨਾਲ ਸੰਬੰਧਿਤ। ਅਸੀਂ ਆਸਟ੍ਰੇਲੀਆ ਦੇ ਵਿੱਚ ਜਿੱਥੇ ਵੀ ਜਿਹਨੂੰ ਵੀ ਮਿਲੇ ਆ, ਉਹਨਾਂ ਨੇ ਇਹੀ ਗੱਲ ਕਹੀ ਕਿ ਕੀ ਆਮ ਆਦਮੀ ਪਾਰਟੀ ਲੋਕਾਂ ਦੀ ਉਮੀਦ ਦੇ ਉੱਤੇ ਖਰੀ ਉਤਰੂ? ਕੀ ਭਗਵੰਤ ਮਾਨ ਪੰਜਾਬ ਦੀ ਉਲਝੀ ਹੋਈ ਤਾਣੀ ਦੇ ਵਿੱਚੋਂ ਤੰਦ ਲੱਭ ਕੇ ਉਹਨੂੰ ਠੀਕ ਕਰਨ ਦੇ ਵਿੱਚ ਸਫਲ ਹੋਊ? ਕੀ ਭਗਵੰਤ ਮਾਨ ਲੋਕਾਂ ਦੀਆਂ ਆਸਾਂ ਦੇ ਉੱਤੇ ਖਰਾ ਉਤਰਨ ਵਿੱਚ ਸਮਰੱਥ ਹੋਊ? ਕੀ ਆਉਂਦੇ ਸਮੇਂ ਦੇ ਵਿੱਚ ਭਗਵੰਤ ਮਾਨ ਜਾਂ ਉਹਦੀ ਕੈਬਨਿਟ ਦੇ ਵਿੱਚ ਜਾਂ ਉਹਦੇ ਵਿਧਾਇਕਾਂ ਦੇ ਵਿੱਚੋਂ ਕੋਈ ਇਹੋ ਜਿਹੀ ਗਲਤੀ ਤਾਂ ਨਹੀਂ ਕਰੂ ਜਿਹਦੇ ਕਰਕੇ ਉਲਟੀ ਬਾਜ਼ੀ ਪੈ ਜਾਵੇ? ਕੀ ਆਉਂਦੇ ਸਮੇਂ ਦੇ ਵਿੱਚ ਸਭ ਕੁਝ ਪੰਜਾਬ ਦੇ ਵਿੱਚ ਉਹ ਹੋਊ, ਗਰੰਟੀਆਂ ਸਹੀ ਸਾਬਤ ਹੋਣਗੀਆਂ, ਗਰੰਟੀਆਂ ਪੂਰੀਆਂ ਕਰ ਸਕੂ ਭਗਵੰਤ ਮਾਨ ਸਰਕਾਰ, ਜਿਹੜੀਆਂ ਕਿ ਚੋਣਾਂ ਦੇ ਮੌਕੇ ਹੁੱਬ ਕੇ ਕੀਤੀਆਂ ਗਈਆਂ, ਦਿੱਤੀਆਂ ਗਈਆਂ ਗਰੰਟੀਆਂ? ਉੱਤਰ ਸਾਡਾ ਇੱਕੋ ਸੀ ਕਿ ਤੇਲ ਤੇ ਤੇਲ ਦੀ ਧਾਰ ਦੇਖੋ, ਨਾ ਤਾਂ ਵਡਿਆਉਣਾ ਬਹੁਤ ਚਾਹੀਦਾ ਤੇ ਨਾ ਹੀ ਹਾਲ ਦੀ ਘੜੀ ਆਲੋਚਨਾ ਬਹੁਤੀ ਕਰਨੀ ਚਾਹੀਦੀ ਹੈ, ਕਿਉਂਕਿ ਸਮੇਂ ਨੇ ਸਾਰਾ ਕੁਝ ਬਿਆਨ ਕਰ ਦੇਣਾ। ਇੱਥੇ ਬੈਠ ਕੇ ਅਸੀਂ ਅੱਜ ਇਹ ਗੱਲ ਕਹਿ ਦਈਏ ਵੀ ਵੱਟ ਕੱਢ ਦੇਣੇ ਭਗਵੰਤ ਮਾਨ ਨੇ, ਸਿਰਾ ਲਾ ਦੇਣਾ, ਕਮਾਲਾਂ ਹੀ ਕਰ ਦੇਣੀਆਂ, ਇਹ ਪੱਖਪਾਤੀ ਗੱਲ ਹੋਣੀ ਹੈ। ਪਰ ਜੇਕਰ ਅਸੀਂ ਇਹ ਗੱਲ ਕਰੀਏ ਕਿ ਨਾ ਕੱਖ ਨਹੀਂ ਹੋਣਾ, ਤੇ ਪੱਖਪਾਤੀ ਗੱਲ ਤੋਂ ਉਲਟ ਇਹ ਵੀ ਹੋਣੀ ਹੈ, ਕਿਉਂਕਿ ਪੱਤਰਕਾਰ ਦਾ ਕੰਮ ਨਿਰਪੱਖਤਾ ਦੀ ਗੱਲ ਹੈ। ਸੋ ਆਉਣ ਵਾਲਾ ਸਮਾਂ ਬਿਆਨ ਕਰੂਗਾ ਕੀ ਬਣਦਾ ਤੇ ਕੀ ਨਹੀਂ। ਪਰ ਲੰਘੇ ਕੱਲ੍ਹ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਭਗਵੰਤ ਮਾਨ ਹੋਰੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਗਏ ਆ। ਉੱਥੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਗਈ ਆ, ਮੰਚ ਦੇ ਉੱਤੇ ਖੜ੍ਹ ਕੇ ਵੀ ਬੋਲੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ 16 ਤਰੀਕ ਨੂੰ, ਯਾਨੀ ਕਿ ਹੁਣ ਤੋਂ ਕੁਝ ਘੰਟਿਆਂ ਬਾਅਦ ਹੀ ਕਹਿ ਸਕਦੇ ਹਾਂ, 16 ਅਪ੍ਰੈਲ ਨੂੰ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇਵਾਂਗੇ। ਪੰਜਾਬੀ ਆਸ ਕਰਦੇ ਆ ਕਿ ਸ਼ਾਇਦ ਇਹ ਖੁਸ਼ਖਬਰੀ 300 ਯੂਨਿਟ ਮੁਫਤ ਬਿਜਲੀ ਦੇ ਰੂਪ ਦੇ ਵਿੱਚ ਹੋਵੇ। ਉਹਨਾਂ ਨੇ ਇਹ ਗੱਲ ਕਹੀ ਹੈ ਭਗਵੰਤ ਮਾਨ ਹੋਰਾਂ ਨੇ ਕਿ ਤੁਸੀਂ ਦੇਖਿਓ ਜੀ ਕਿ ਅਸੀਂ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਆਏ ਹੋਏ ਰੁਪਈਏ ਨੂੰ ਵੀ ਵਾਪਸ ਨਹੀਂ ਜਾਣ ਦੇਵਾਂਗੇ, ਜਿਵੇਂ ਕਿ ਇਸ ਤੋਂ ਪਹਿਲੀਆਂ ਸਰਕਾਰਾਂ ਜਾਣ ਦਿੰਦੀਆਂ ਸੀ, ਕਿਉਂਕਿ ਹੱਥ ਦੇ ਵਿੱਚ ਕਦੇ ਕੁਝ ਰੱਖਿਆ ਨਹੀਂ, ਕਿਉਂਕਿ ਮਨ ਦੇ ਵਿੱਚ ਕਦੇ ਉਹਨਾਂ ਨੇ ਚਾਹਤ ਵਸਾ ਕੇ ਨਹੀਂ ਰੱਖੀ ਕਿ ਅਸੀਂ ਆਹ ਕੁਝ ਲੋਕ ਪੱਖੀ ਕਰਨਾ, ਜੋ ਆਇਆ ਬਸ ਆਪਣੇ ਢਿੱਡ ਦੇ ਵਿੱਚ ਗਿਆ। ਪਰ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਇਉਂ ਤਾਂ ਬਿਲਕੁਲ ਹੀ ਨਹੀਂ ਕਰੂ। ਉਸ ਤੋਂ ਅਗਲੀ ਗੱਲ ਭਗਵੰਤ ਮਾਨ ਨੇ ਇਹ ਕਹੀ ਹੈ ਜਿਹੜੀ ਪੱਤਰਕਾਰਾਂ ਨੂੰ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਦੇ ਤੇ ਕੁਝ ਹੋਰ ਪਾਰਟੀਆਂ ਦੇ ਵਿਧਾਇਕ ਜਾਂ ਨੇਤਾ ਜਿਹੜੇ ਉਹ ਇਹ ਗੱਲ ਕਹਿ ਰਹੇ ਆ ਕਿ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਲਗਜ਼ਰੀ ਗੱਡੀਆਂ ਦੇਣ ਵਾਸਤੇ ਤੇ ਆਰਡਰ ਕਰ ਦਿੱਤਾ, ਗੱਡੀਆਂ ਨਵੀਆਂ ਤਿਆਰ ਹੋ ਰਹੀਆਂ, ਆ ਰਹੀਆਂ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਇਹ ਗੱਲ ਕਹਿੰਦੇ ਆ ਉਹਨਾਂ ਦੀਆਂ ਗੱਡੀਆਂ ਅਸੀਂ ਵਾਪਸ ਲੈਣ ਦੀ ਤਿਆਰੀ ਕਰ ਰਹੇ ਹਾਂ, ਨਾ ਕਿ ਆਪਣੇ ਵਿਧਾਇਕਾਂ ਨੂੰ ਅਸੀਂ ਨਵੀਆਂ ਗੱਡੀਆਂ ਦੇਣ ਦੀ ਤਿਆਰੀ ਕਰ ਰਹੇ ਹਾਂ। ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦਾ ਬੋਝ ਬਹੁਤ ਆ।
ਅਸੀਂ ਉਹ ਕੁਝ ਬਿਲਕੁਲ ਨਹੀਂ ਕਰਾਂਗੇ ਜੋ ਕੁਝ ਕਿਆਸ ਲਾਏ ਜਾ ਰਹੇ ਆ ਸ਼ਰੀਕਾਂ ਦੇ ਵੱਲੋਂ। ਉਹਨਾਂ ਨੇ ਕਿਹਾ ਜੀ ਕਿ ਅਸੀਂ ਸਾਦਗੀ ਵਿੱਚ ਜੋ ਮਜ਼ਾ ਹੈ, ਸ਼ੋਖੀਆਂ ਨੂੰ ਕੀ ਪਤਾ ਹੈ, ਇਸ ਗੱਲ ਦੇ ਉੱਤੇ ਅਮਲ ਕਰਾਂਗੇ। ਅਸੀਂ ਸਾਦੇ ਤਰੀਕੇ ਨਾਲ ਸਰਕਾਰ ਚਲਾਉਣੀ ਹੈ। ਤੇ ਅਗਲੀ ਗੱਲ ਇਹ ਹੈ ਕਿ ਹੁਣ ਜੋ ਇਸ ਵਕਤ ਪਾਵਰਕਾਮ ਡਿਪਾਰਟਮੈਂਟ ਦੀ ਹਾਲਤ ਹੈ, ਜੋ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਵਧੀ ਹੈ ਇੱਕਦਮ ਤਪਸ਼ਵਰਨ ਦੇ ਕਰਕੇ, ਜਿਵੇਂ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਆ, ਜਿਵੇਂ ਪੰਜਾਬ ਦੇ ਵਿੱਚ ਪਾਵਰਕਾਮ ਦੇ ਸਿਰ ਦੇ ਉੱਤੇ ਕਰਜ਼ਾ ਚੜ੍ਹਿਆ ਹੋਇਆ, ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਕਿ ਕੀ 300 ਯੂਨਿਟ ਪ੍ਰਤੀ ਘਰ ਬਿਜਲੀ ਮੁਫਤ ਦਿੱਤੀ ਜਾ ਸਕੂਗੀ ਜਾਂ ਨਹੀਂ। ਇਹਦੇ ਮੁਤਲਕ ਇੱਕ ਇਕਨੋਮਿਕਸ ਟਾਈਮ ਦੇ ਵਿੱਚ ਖਬਰ ਲੱਗੀ ਹੈ, ਮਹੱਤਵਪੂਰਨ ਖਬਰ ਹੈ। ਪਹਿਲਾਂ ਉਹਦਾ ਸੰਖੇਪ ਦੇ ਵਿੱਚ ਅਸੀਂ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਜਨਤਾ ਨਾਲ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਫਿਲਹਾਲ ਠੰਡੇ ਬਸਤੇ ਵਿੱਚ ਪੈਂਦਾ ਨਜ਼ਰ ਆ ਰਿਹਾ। ਇਸ ਮਾਮਲੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਫੀਡਬੈਕ ਦੇ ਮੁਤਾਬਕ ਭਗਵੰਤ ਮਾਨ ਸਰਕਾਰ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਜੇਕਰ ਸਰਕਾਰ ਲੋਕਾਂ ਨਾਲ ਕੀਤੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੀ ਹੈ ਤਾਂ ਉਸ ਨੂੰ ਲਗਭਗ 5000 ਕਰੋੜ ਰੁਪਏ ਦਾ ਵਾਧੂ ਬੋਝ ਝੱਲਣਾ ਪਏਗਾ। ਇਕਨੋਮਿਕ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਮੁਫਤ ਬਿਜਲੀ ਦੇਣ ਦੇ ਵਾਅਦੇ ਨੂੰ ਲਾਗੂ ਕਰਨ ਦੀ ਥਾਂ ਮੌਨਸੂਨ ਦੇ ਵਿੱਚ ਲਾਗੂ ਕੀਤਾ ਜਾਵੇ। ਕੋਲੇ ਦੀ ਘਾਟ ਕਰਕੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਕਿਸੇ ਵੀ ਵੇਲੇ ਡੂੰਘਾ ਹੋ ਸਕਦਾ ਹੈ। ਹਾਲਾਂਕਿ ਮਾਨ ਸਰਕਾਰ ਦੇ ਨੇੜਲੇ ਸੂਤਰਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਬਹੁਤ ਜਲਦ ਸਰਕਾਰ ਕਾਹਲੇ ਕਦਮੀ ਇਸ ਗਰੰਟੀ ਨੂੰ ਪੂਰੇ ਕਰਨ ਦੇ ਪੱਖ ਦੇ ਵਿੱਚ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਮੁਫਤ ਬਿਜਲੀ ਦੇਣ ਦੇ ਵਾਅਦੇ ਤੋਂ ਪਿੱਛੇ ਹਟਣ ਦੇ ਲਈ ਤਿਆਰ ਨਹੀਂ ਹੈ ਤੇ 73,39,000 ਦੇ ਕਰੀਬ ਖਪਤਕਾਰਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ 300 ਯੂਨਿਟ ਬਿਜਲੀ ਮੁਫਤ ਪ੍ਰਦਾਨ ਕਰਾਉਣ ਦੇ ਹੱਕ ਦੇ ਵਿੱਚ ਭਗਵੰਤ ਮਾਨ ਸਰਕਾਰ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਗਵੰਤ ਮਾਨ ਸਰਕਾਰ ਦੇ ਮੂਹਰੇ ਜ਼ਿੰਮੇਵਾਰੀਆਂ ਵੀ ਹੈ, ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਦੇ ਤੌਰ ਦੇ ਉੱਤੇ ਵੀ ਤੇ ਬਾਕੀ ਸੂਬਿਆਂ ਦੇ ਵਿੱਚ ਕੁਝ ਪ੍ਰਦਰਸ਼ਨ ਕਰਨ ਦੇ ਲਈ ਵੀ। ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਦਿੱਲੀ ਦੇ ਵਿੱਚ ਜੋ ਕੰਮ ਕੀਤੇ ਉਹਨਾਂ ਦਾ ਪ੍ਰਚਾਰ ਪੰਜਾਬ ਦੇ ਵਿੱਚ ਕੀਤਾ, ਲੋਕ ਪ੍ਰਭਾਵਿਤ ਹੋਏ ਕਿ ਦਿੱਲੀ ਵਾਲਾ ਮਾਡਲ ਪੰਜਾਬ ਦੇ ਵਿੱਚ ਲਾਗੂ ਹੋਊ। ਇਸ ਕਰਕੇ ਲੋਕਾਂ ਨੇ 92 ਸੀਟਾਂ ਦਿੱਤੀਆਂ। ਪਰ ਅਗਲੀ ਚੁਣੌਤੀ ਇਹ ਹੈ ਕਿ ਗੁਜਰਾਤ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸੇ ਵਰ੍ਹੇ ਦੇ ਅੰਤ ਦੇ ਵਿੱਚ ਵੋਟਾਂ ਪੈਣੀਆਂ, ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ। ਹੁਣ ਜੇਕਰ ਪੰਜਾਬ ਦੇ ਵਿੱਚ ਵੀ ਕੁਝ ਕਰਕੇ ਦਿਖਾਇਆ ਜਾਊ, ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾਈ ਜਾਊ, ਤਾਂ ਉਹਨਾਂ ਦੋਹਾਂ ਸੂਬਿਆਂ ਦੇ ਵਿੱਚ ਉਦਾਹਰਣੀ ਤੌਰ ਦੇ ਉੱਤੇ ਗੱਲ ਕਹੀ ਜਾਊ ਕਿ ਜਿਵੇਂ ਅਸੀਂ ਦਿੱਲੀ ਦੇ ਵਿੱਚ ਕਰਕੇ ਦਿਖਾਇਆ ਕੰਮ, ਉਸ ਤੋਂ ਬਾਅਦ ਜਿਵੇਂ ਅਸੀਂ ਪੰਜਾਬ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਕਰਕੇ ਦਿਖਾਇਆ ਕੰਮ, ਹਿਮਾਚਲ ਪ੍ਰਦੇਸ਼ ਦੇ ਵਾਸੀਓ ਸਾਨੂੰ ਵੋਟਾਂ ਪਾਓ, ਗੁਜਰਾਤ ਵਾਸੀਓ ਸਾਨੂੰ ਵੋਟਾਂ ਪਾਓ, ਅਸੀਂ ਤੁਹਾਨੂੰ ਇਹਨਾਂ ਦੋਹਾਂ ਸੂਬਿਆਂ ਦੇ ਵਾਂਗ ਜਿੱਥੇ ਸਾਡੀ ਸਰਕਾਰ ਹੈ ਉਹਦੇ ਵਾਂਗ ਸਹੂਲਤਾਂ ਦੇਵਾਂਗੇ। ਇਸ ਕਰਕੇ ਪੰਜਾਬ ਦੇ ਵਿੱਚ ਕੁਝ ਨਾ ਕੁਝ ਕਰਕੇ ਦਿਖਾਉਣਾ ਹੀ ਪੈਣਾ, ਚਾਹੁੰਦਿਆਂ ਨਾ ਚਾਹੁੰਦਿਆਂ, ਔਖਿਆਂ ਸੌਖਿਆਂ, ਤੰਗੀ ਤੁਰਸ਼ੀ ਚੱਲਦਿਆਂ। ਜੇਕਰ ਕੁਝ ਨਾ ਕਰ ਸਕੇ ਤਾਂ ਪੰਜਾਬ ਦੇ ਲੋਕਾਂ ਦੇ ਨੱਕੋ ਬੁੱਲੋਂ ਲੈਣ ਵਾਲੀ ਗੱਲ ਹੈ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਉਦਾਹਰਣੀ ਗੱਲ ਪੇਸ਼ ਨਹੀਂ ਕੀਤੀ ਜਾ ਸਕਣੀ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਚੁਣੌਤੀਆਂ ਆਰਥਿਕ ਪੱਖੋਂ ਭਗਵੰਤ ਮਾਨ ਦੀ ਸਰਕਾਰ ਨੂੰ ਝੱਲਣੀਆਂ ਹੀ ਪੈਣੀਆਂ। ਉਹਦਾ ਕਾਰਨ ਇਹ ਹੈ ਵੀ ਇਸ ਵੇਲੇ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ। ਇੱਕ ਦਿਨ ਅਸੀਂ ਅੱਗੇ ਵੀ ਗੱਲ ਕੀਤੀ ਸੀ ਇਸੇ ਪ੍ਰੋਗਰਾਮ ਦੇ ਵਿੱਚ ਕਿ ਜੇਕਰ ਇੱਕ ਔਰਤ ਨੂੰ 1,000 ਰੁਪਈਆ ਮਹੀਨਾ ਦੇਣਾ ਹੋਵੇ ਤਾਂ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਬਣਦਾ ਹੈ। ਜੇਕਰ ਅਸੀਂ 300 ਯੂਨਿਟ ਪ੍ਰਤੀ ਪਰਿਵਾਰ ਬਿਜਲੀ ਮੁਫਤ ਦੇਣੀ ਹੋਵੇ ਤਾਂ ਇਹਦੇ ਨਾਲ ਵੀ ਹਜ਼ਾਰਾਂ ਕਰੋੜ ਦਾ ਵਾਧੂ ਬੋਝ ਪੈਂਦਾ ਤੇ ਪੰਜਾਬ ਇਸ ਵਕਤ ਇੰਨਾ ਆਰਥਿਕ ਤੌਰ ਤੇ ਸਮਰੱਥ ਨਹੀਂ ਕਿ ਅਸੀਂ ਗੱਫਿਆਂ ਦੇ ਗੱਫੇ ਦੇਈਏ। ਬਾਕੀ ਸਮਾਂ ਬਿਆਨ ਕਰੂ ਕਿ ਆਉਂਦੇ ਸਮੇਂ ਦੇ ਵਿੱਚ ਮਾਲੀਆ ਕਿਹੜੇ ਪਾਸਿਓਂ ਆਉਂਦਾ, ਕਿਹੜੇ ਪਾਸਿਓਂ ਕੱਢਿਆ ਜਾਂਦਾ, ਕਿਉਂਕਿ ਪਿਛਲੇ ਦਿਨੀ ਇਸ ਗੱਲ ਦੀ ਆਸ ਬੱਝੀ ਸੀ ਕਿ ਰੇਤ ਦੇ ਮਾਮਲੇ ਦੇ ਉੱਤੇ ਨਵੀਂ ਮਾਈਨਿੰਗ ਪਾਲਿਸੀ ਆਊ, ਪਰ ਉਸ ਮਾਮਲੇ ਤੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਨਵੇਂ ਮੰਤਰੀ ਬਣੇ ਆ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿੰਨੀ ਦੇਰ ਤੱਕ ਨਵੀਂ ਮਾਈਨਿੰਗ ਪਾਲਿਸੀ ਨਹੀਂ ਆਉਂਦੀ ਸਾਡੀ ਸਰਕਾਰ ਚੰਨੀ ਸਰਕਾਰ ਵਾਲੀ ਪਾਲਿਸੀ ਹੀ ਜਾਰੀ ਰੱਖੂ, ਯਾਨੀ ਕਿ 5.5 ਰੁਪਏ ਫੁੱਟ ਰੇਤੇ ਵਾਲੀ। ਪਰ ਤੁਹਾਡੇ ਘਰ ਤੱਕ ਜਦੋਂ ਰੇਤੇ ਦੀ ਟਰਾਲੀ ਆਉਂਦੀ ਹੈ ਉਹ ਚੋਖੀ ਮਹਿੰਗੀ ਹੋ ਜਾਂਦੀ ਹੈ। ਉਹਦੇ ਵਿੱਚ ਗੁੰਡਾ ਟੈਕਸ ਦੀ ਪਰਚੀ ਲਾ ਲਓ, ਉਹਦੇ ਵਿੱਚ ਢੋਆ ਢਵਾਈ ਦਾ ਸਿਲਸਿਲਾ ਲਾ ਲਓ। ਸੋ ਆਮ ਲੋਕਾਂ ਦੇ ਹੱਥ ਦੇ ਵਿੱਚੋਂ, ਕਾਬੂ ਦੇ ਵਿੱਚੋਂ ਗੱਲ ਬਾਹਰ ਜਾਂਦੀ ਹੈ। ਸੋ ਸਮਾਂ ਬਿਆਨ ਕਰੂਗਾ ਕਿ ਭਗਵੰਤ ਮਾਨ ਹੋਰੀ ਕੀ ਕੁਝ ਕਰਦੇ ਆ ਤੇ ਕੀ ਕੁਝ ਕਹਿੰਦੇ ਤੇ ਕਿਵੇਂ ਜੇ ਕੁਝ ਤਲੀ ਤੇ ਸਰੋਂ ਜਮਾ ਕੇ ਦਿਖਾਉਂਦੇ। ਪਰ ਇੱਕ ਗੱਲ ਹੋਰ ਦੱਸਣੀ ਬਣਦੀ ਹੈ, ਇਸ ਖਬਰ ਦਾ ਦੂਜਾ ਪੱਖ ਹੈ ਜਿਹੜਾ ਲੰਘੇ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਵਿਰਸਾ ਸਿੰਘ ਬਲਟੋਹਾ ਹੋਰਾਂ ਨੇ, ਬੀਜੇਪੀ ਦੇ ਕਈ ਨੇਤਾਵਾਂ ਨੇ ਇੱਕ ਨੁਕਤਾ ਚੁੱਕਿਆ। ਉਹਨਾਂ ਨੇ ਭਗਵੰਤ ਮਾਨ ਨੂੰ ਲੰਮੇ ਹੱਥੀ ਲਿਆ। ਵਿਰਸਾ ਸਿੰਘ ਬਲਟੋਹਾ ਨੇ ਤੇ ਕੁਝ ਕੁ ਹੋਰ ਅਧਿਕਾਰੀਆਂ ਨੇ ਤੇ ਕੁਝ ਕੁ ਹੋਰ ਸਾਬਕਾ ਮੰਤਰੀਆਂ ਨੇ ਜਾਂ ਕਹਿ ਲਈਏ ਸਾਬਕਾ ਵਿਧਾਇਕਾਂ ਨੇ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਲੰਘੇ ਕੱਲ੍ਹ ਤਖਤ ਸ਼੍ਰੀ ਦਮਦਮਾ ਸਾਹਿਬ ਦਾਰੂ ਪੀ ਕੇ ਗਿਆ। ਉਹਨਾਂ ਨੇ ਕਿਹਾ ਜੀ ਕਿ ਭਗਵੰਤ ਮਾਨ ਦਾ ਮੈਡੀਕਲ ਟੈਸਟ ਤੁਰੰਤ ਕਰਵਾਇਆ ਜਾਣਾ ਚਾਹੀਦਾ ਸੀ, ਯਾਨੀ ਕਿ ਉਹਨਾਂ ਨੇ ਮੁੱਦਾ ਚੁੱਕਿਆ।
ਮੁੱਦੇ ਦੇ ਵਿੱਚ ਕਿੰਨੀ ਸੱਚਾਈ ਹੈ ਇਹਦੇ ਬਾਬਤ ਆਉਣ ਵਾਲਾ ਵਕਤ ਦੱਸੂਗਾ। ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਮੁਤਲਕ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ, ਇਸ ਮਸਲੇ ਦੇ ਉੱਤੇ ਕੋਈ ਪ੍ਰਤੀਕਿਰਿਆ ਆਪਣੀ ਦਿੱਤੀ ਨਹੀਂ ਗਈ। ਕਈ ਵਾਰ ਭਗਵੰਤ ਮਾਨ ਦੇ ਉੱਤੇ ਇਹ ਦੋਸ਼ ਲੱਗੇ, ਕਈ ਵਾਰ ਇਹਨਾਂ ਗੱਲਾਂ ਦੇ ਉੱਤੇ ਪਾਣੀ ਫਿਰਿਆ, ਕਈ ਵਾਰ ਇਹ ਮੁੱਦਾ ਉਛਲਿਆ, ਕਈ ਵਾਰ ਇਹ ਮੁੱਦਾ ਬੈਠਿਆ। ਸੋ ਐਤਕੀ ਵਾਲਾ ਮੁੱਦਾ ਜਦੋਂ ਹੁਣ ਭਗਵੰਤ ਮਾਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਲੱਗੇ ਹੋਏ ਦੋਸ਼ਾਂ ਨੂੰ ਕਿਵੇਂ ਸਾਬਤ ਕੀਤਾ ਜਾਂਦਾ ਹੈ, ਲੱਗੇ ਹੋਏ ਦੋਸ਼ ਲੋਕਾਂ ਦੇ ਮਨਾਂ ਉੱਤੇ ਕੀ ਅਸਰ ਛੱਡਦੇ ਆ, ਲੱਗੇ ਹੋਏ ਦੋਸ਼ ਆ ਜਿਹੜੇ ਉਹ ਆਉਂਦੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਕਟਵਾਉਂਦੇ ਸਰਕਾਰ ਦਾ, ਇਹ ਵਕਤ ਬਿਆਨ ਕਰੂ। ਪਰ ਪੰਜਾਬ ਦੇ ਲੋਕਾਂ ਨੂੰ ਆਸਾਂ ਵੀ ਸ਼ਾਇਦ ਪਿਛਲਿਆਂ ਨਾਲੋਂ ਭਗਵੰਤ ਮਾਨ ਦੀ ਸਰਕਾਰ ਕੁਝ ਨਾ ਕੁਝ ਵੱਖਰਾ, ਵੱਡਾ ਤੇ ਅਲੋਕਾਰਾ ਤੇ ਅਲੱਗਾ ਕਰਕੇ ਦਿਖਾਵੇ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਤੇ ਸਾਂਝ ਪਾਉਣੀ ਬਣਦੀ ਇਸ ਗੱਲ ਦੇ ਉੱਤੇ। ਉਹਦਾ ਕਾਰਨ ਇਹ ਹੈ ਕਿ ਅਸੀਂ 1 ਸਾਲ ਤੇ ਕੁਝ ਦਿਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਰਹੇ ਹਾਂ। ਉਹਦੇ ਵਿੱਚ ਪੱਤਰਕਾਰਾਂ ਦਾ ਵੀ ਯੋਗਦਾਨ ਆ, ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੇ ਆਪਣੀ ਵਿੱਤੀ ਪਹੁੰਚ ਦੇ ਮੁਤਾਬਕ ਮਦਦ ਪਹੁੰਚਾਈ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ। ਸਿਰੜ ਦੇ ਨਾਲ ਕਿਸਾਨ ਤੇ ਮਜ਼ਦੂਰ ਉੱਥੇ ਬੈਠੇ ਰਹੇ, ਇਹ ਬਹੁਤ ਵੱਡਾ ਯੋਗਦਾਨ ਆ। ਤੇ ਜਿਹੜੀਆਂ ਵੀ ਸਿਆਸੀ ਧਿਰਾਂ ਨੇ ਚਾਹੁੰਦਿਆਂ ਨਾ ਚਾਹੁੰਦਿਆਂ ਮਦਦ ਦੀ ਗੱਲ ਕਹੀ, ਅਸੀਂ ਉਹਨਾਂ ਦਾ ਵੀ ਬਰਾਬਰ ਦਾ ਯੋਗਦਾਨ ਚਲੋ ਮੰਨਦੇ ਆ। ਕਿਸਾਨ ਜਥੇਬੰਦੀਆਂ ਨੇ ਅਗਵਾਈ ਕੀਤੀ, ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ, ਭਾਰਤ ਦੇ ਵੱਖ-ਵੱਖ ਹੋਰ ਸੂਬਿਆਂ ਦੇ ਲੋਕਾਂ ਨੇ ਨਿੱਠ ਕੇ ਇਹਦੇ ਵਿੱਚ ਹਿੱਸਾ ਲਿਆ, ਆਪਦਾ ਕੰਮ ਸਮਝ ਕੇ ਆਪਦੇ ਖੇਤਾਂ ਦੀ ਰਾਖੀ ਦੇ ਲਈ, ਆਪਣੀਆਂ ਫਸਲਾਂ ਦੀ ਰਾਖੀ ਦੇ ਲਈ, ਆਪਣੀਆਂ ਨਸਲਾਂ ਦੀ ਰਾਖੀ ਦੇ ਲਈ ਯੋਗਦਾਨ ਪਾਇਆ। ਉੱਥੇ ਬੈਠ ਕੇ ਅਸੀਂ ਜਿੱਤ ਕੇ ਮੁੜੇ, ਇਸ ਗੱਲ ਦਾ ਸਭ ਨੂੰ ਚਾਅ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਕਿੰਨੀ ਛੇਤੀ ਤੇ ਕਿੰਨੇ ਸਸਤੇ ਭਾਅ ਦੇ ਉੱਤੇ ਆਪਣੀਆਂ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਜਾਂਦੇ ਹਾਂ। ਮੇਰਾ ਤਾਂ ਖਿਆਲ ਨਿੱਜੀ ਤੌਰ ਦੇ ਉੱਤੇ ਇਹ ਹੈ ਕਿ ਸਾਨੂੰ ਪੁਰਾਣੀਆਂ ਗੱਲਾਂ ਨਹੀਂ ਭੁੱਲਣੀਆਂ ਚਾਹੀਦੀਆਂ, ਇੰਨੀ ਛੇਤੀ ਤਾਂ ਬਿਲਕੁਲ ਵੀ ਨਹੀਂ। ਪਰ ਕਿਉਂਕਿ ਸਾਡੀ ਬਹੁਤ ਸ਼ਾਰਟ ਟਰਮ ਮੈਮਰੀ ਹੈ, ਅਸੀਂ ਬਹੁਤ ਛੇਤੀ ਭੁੱਲਦੇ ਹਾਂ ਗੱਲਾਂ ਨੂੰ। ਅਤੀਤ ਦੇ ਵਿੱਚ ਵੀ ਬਹੁਤ ਕੁਝ ਭੁੱਲੇ ਹਾਂ, ਵਰਤਮਾਨ ਸਮੇਂ ਦੇ ਵਿੱਚ ਵੀ ਭੁੱਲ ਰਹੇ ਹਾਂ। ਜਿਹੜੇ ਅਡਾਨੀਆਂ ਦੇ ਸਾਈਲੋ ਪਲਾਂਟ ਦੇ ਮੂਹਰੇ ਅਸੀਂ ਲੰਮੇ ਸਮੇਂ ਤੱਕ ਧਰਨਾ ਦਿੱਤਾ, ਜਿਹੜੇ ਅਡਾਨੀਆਂ ਦੇ ਸਾਈਲੋ ਪਲਾਂਟ ਦੇ ਅੱਗੇ ਡਗਰੂ ਪਿੰਡ ਦੇ ਵਿੱਚ ਅਸੀਂ ਇੰਨਾ ਵੱਡਾ ਧਰਨਾ ਦਿੱਤਾ ਕਿ ਉੱਥੇ ਰੇਲ ਗੱਡੀ ਤੱਕ ਰੋਕ ਲਈ ਗਈ ਸੀ ਕਿਸਾਨਾਂ ਦੇ ਵੱਲੋਂ ਤੇ ਮਜ਼ਦੂਰਾਂ ਦੇ ਵੱਲੋਂ। ਅੱਜ ਹਰ ਰੋਜ਼ 1100 ਦੇ ਕਰੀਬ ਟਰਾਲੀ ਉਸੇ ਸਾਈਲੋ ਪਲਾਂਟ ਦੇ ਮੂਹਰੇ ਖੜੀ ਹੁੰਦੀ ਹੈ। ਕਿਸਾਨ ਕਹਿੰਦੇ ਜੀ ਸਾਨੂੰ 4000 ਤੋਂ ਲੈ ਕੇ 5000 ਰੁਪਈਆ ਇੱਕ ਟਰਾਲੀ ਦੇ ਪਿੱਛੇ ਮੁਨਾਫੇ ਦੇ ਵਿੱਚ ਹੈ। ਸਾਨੂੰ ਜੀ 48 ਘੰਟੇ ਤੋਂ ਲੈ ਕੇ 72 ਘੰਟੇ ਦੇ ਵਿੱਚ ਪੇਮੈਂਟ ਮਿਲ ਜਾਂਦੀ ਹੈ। ਉਹ ਕਹਿੰਦੇ ਜੀ ਜਦੋਂ ਅਸੀਂ ਮੰਡੀਆਂ ਦੇ ਵਿੱਚ ਕਣਕ ਲੈ ਜਾਂਦੇ ਹਾਂ ਉਹ ਨਵੀਂ ਦਾ ਡਰਾਮਾ ਕਰਦੇ ਆ, ਇੱਥੇ ਸਾਡੀ ਟਰਾਲੀ ਐਂ ਹੀ ਤੁਲ ਜਾਂਦੀ ਹੈ, ਬਾਅਦ ਦੇ ਵਿੱਚ ਖਾਲੀ ਟਰਾਲੀ ਮਿਲ ਜਾਂਦੀ ਹੈ, ਅਸੀਂ ਘਰਾਂ ਨੂੰ ਮੁੜ ਆਉਂਦੇ ਹਾਂ, ਚੰਗਾ ਲੱਗਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਆਉਂਦੇ ਸਮੇਂ ਦੇ ਵਿੱਚ ਕਿਸਾਨੀ ਦੇ ਮੂਹਰੇ ਇੱਕ ਨਵੀਂ ਚੁਣੌਤੀ ਨਹੀਂ ਆਊ? ਸਵਾਲ ਇਹ ਪੈਦਾ ਹੁੰਦਾ ਕਿ ਕੀ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀਆਂ ਮੰਡੀਆਂ ਦੇ ਉੱਤੇ ਇਸ ਗੱਲ ਦਾ ਕੋਈ ਅਸਰ ਪਊ ਕਿ ਨਹੀਂ? ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਆਉਂਦੇ ਸਮੇਂ ਦੇ ਵਿੱਚ ਕਿਸੇ ਵੀ ਮੁੱਦੇ ਦੇ ਉੱਤੇ ਕਿਸਾਨੀ ਅੰਦੋਲਨ ਫਿਰ ਸ਼ੁਰੂ ਕਰਨ ਦੀ ਲੋੜ ਪਈ ਤਾਂ ਕੀ ਉਹਦੇ ਵਿੱਚ ਇਕਜੁੱਟਤਾ, ਕੀ ਉਹਦੇ ਵਿੱਚ ਹੰਭਲੇ ਦੀ ਭਾਵਨਾ, ਕੀ ਉਹਦੇ ਵਿੱਚ ਸਮੂਹਕਤਾ ਦੀ ਭਾਵਨਾ ਹੋਊਗੀ? ਲੰਘੇ ਕੱਲ੍ਹ ਇੱਕ ਹੋਰ ਖਬਰ ਨੇ ਆਪਣੇ ਵੱਲ ਧਿਆਨ ਖਿੱਚਿਆ, ਉਹ ਹੈਗੀ ਆ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਦੀ। ਉਹਨਾਂ ਨੇ ਇਹ ਗੱਲ ਆਖੀ ਹੈ, ਨਰਿੰਦਰ ਸਿੰਘ ਤੋਮਰ ਹੋਰਾਂ ਨੇ, ਕਹਿੰਦੇ ਜੀ ਹਾਲੇ ਤੱਕ ਕਿਸਾਨਾਂ ਨੇ ਸਾਨੂੰ ਆਪਣੇ ਪੱਖ ਦੇ, ਆਪਣੇ ਵੱਲੋਂ 2 ਤੋਂ ਲੈ ਕੇ 3 ਨਾਂ MSP ਦੇ ਮਾਮਲੇ ਤੇ ਜਿਹੜੀ ਕਮੇਟੀ ਬਣਾਉਣੀ ਆ ਉਹਨਾਂ ਨਾਵਾਂ ਦੀ ਪੇਸ਼ਕਸ਼ ਨਹੀਂ ਕੀਤੀ। ਜਦੋਂ ਕਿਸਾਨਾਂ ਨੇ ਆਪਣੇ ਨਾਂ ਭੇਜ ਦਿੱਤੇ, ਅਸੀਂ ਨਾਲ ਦੀ ਨਾਲ ਕਮੇਟੀ ਬਣਾ ਲਾਂਗੇ, MSP ਦੇ ਉੱਤੇ ਕਮੇਟੀ ਬਣਾਉਣ ਦੇ ਲਈ ਅਸੀਂ ਵਚਨਬੱਧ ਹਾਂ। ਉਧਰੋਂ ਕਿਸਾਨਾਂ ਦਾ ਇੱਕ ਪੱਖ ਆਇਆ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਕਿਉਂ ਨਾ ਭੇਜੀਏ, ਜਿੰਨੀ ਦੇਰ ਤੱਕ ਇਸ ਕਮੇਟੀ ਦੀ ਰੂਪਰੇਖਾ ਕੇਂਦਰ ਦੇ ਵੱਲੋਂ ਤੈਅ ਨਹੀਂ ਕੀਤੀ ਜਾਂਦੀ, ਜਿੰਨੀ ਦੇਰ ਤੱਕ ਕੇਂਦਰ ਦੇ ਵੱਲੋਂ ਇਹ ਨਹੀਂ ਗੱਲ ਕਹੀ ਜਾਂਦੀ ਕਿ ਇਸ ਕਮੇਟੀ ਦਾ ਚੇਅਰਮੈਨ ਕੌਣ ਹੋਊ, ਜਿੰਨੀ ਦੇਰ ਤੱਕ ਇਹ ਨਹੀਂ ਗੱਲ ਕਹੀ ਜਾਂਦੀ ਕਿ ਇਸ ਕਮੇਟੀ ਦੀਆਂ ਸਿਫਾਰਸ਼ਾਂ ਕਿਹੜੀਆਂ-ਕਿਹੜੀਆਂ ਹੋਣਗੀਆਂ, ਕਿਸਾਨ ਪੱਖੀ ਹੋਣਗੀਆਂ ਜਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਕੱਦੂਕਸ਼ ਕਰਨ ਵਾਲੀਆਂ ਹੋਣਗੀਆਂ, ਨਾ ਭੇਜਣ ਦਾ ਫਾਇਦਾ ਨਹੀਂ। ਮਤਲਬ ਕਹਿਣ ਦਾ ਇਹ ਹੈ ਕਿ ਭਾਵੇਂ ਇਹ ਕਿਸਾਨ ਅੰਦੋਲਨ ਸਮਾਪਤ ਹੋ ਗਿਆ ਜਾਂ ਕਰਵਾ ਦਿੱਤਾ ਗਿਆ, ਪਰ ਮੁੱਦੇ ਓਡੇ ਦੇ ਓਡੇ ਹੀ ਆ। ਬੁਰਜ ਖਲੀਫੇ ਜਿਹੜੇ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਮੋਗਾ ਦੇ ਵਿੱਚ ਫਿਰੋਜ਼ਪੁਰ ਰੋਡ ਦੇ ਉੱਤੇ ਸਥਿਤ ਆਧੁਨਿਕ ਅਡਾਨੀ ਸਾਈਲੋ ਪਲਾਂਟ ਕਿਸਾਨ ਅੰਦੋਲਨ ਦੌਰਾਨ ਤਕਰੀਬਨ 1 ਸਾਲ ਬੰਦ ਰਿਹਾ, ਪਰ ਖੇਤੀ ਕਾਨੂੰਨ ਵਾਪਸ ਲੈਣ ਕਰਕੇ ਹੁਣ ਸਥਿਤੀ ਬਦਲ ਗਈ ਹੈ। ਕਣਕ ਵੇਚਣ ਦੇ ਲਈ ਇਹ ਕਿਸਾਨਾਂ ਦੀ ਪਹਿਲੀ ਪਸੰਦ ਬਣ ਗਿਆ। ਕਿਸਾਨਾਂ ਵੱਲੋਂ ਇਸ ਪਲਾਂਟ ਨੂੰ ਤਰਜੀਹ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਬਾਰਦਾਨੇ ਦੀ ਲੋੜ ਨਹੀਂ ਪੈਂਦੀ, ਜਦ ਕਿ ਮੰਡੀਆਂ ਵਿੱਚ ਕਣਕ ਵੇਚਣ ਦੇ ਲਈ ਕਿਸਾਨਾਂ ਨੂੰ 4-5 ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਮੰਡੀਆਂ ਦੇ ਵਿੱਚ ਖਰੀਦ ਏਜੰਸੀਆਂ ਜ਼ਿਆਦਾ ਨਮੀ ਦੱਸ ਕੇ ਕਣਕ ਖਰੀਦਣ ਤੋਂ ਟਾਲਾ ਵੱਟ ਰਹੀਆਂ ਨੇ। ਕਿਸਾਨ ਟਰਾਲੀਆਂ ਦੇ ਵਿੱਚ ਖੁੱਲ੍ਹੀ ਕਣਕ ਭਰ ਕੇ ਸਾਈਲੋ ਵਿੱਚ ਲਿਆਉਂਦੇ ਨੇ। ਇੱਥੇ ਕਰੀਬ 1.5 ਕਿਲੋਮੀਟਰ ਤੱਕ ਕਣਕ ਦੀਆਂ ਭਰੀਆਂ ਟਰਾਲੀਆਂ ਦੀ ਕਤਾਰ ਲੱਗੀ ਹੋਈ ਹੈ। ਕਣਕ ਦੀ ਆਮਦ ਦੇ ਵਿੱਚ ਅਚਾਨਕ ਵਾਧਾ ਹੋਣ ਕਰਕੇ ਪਲਾਂਟ ਦੇ ਵਿੱਚ ਕਣਕ ਵੇਚਣ ਆਏ ਕਿਸਾਨਾਂ ਨੂੰ 12-12 ਘੰਟੇ ਧੁੱਪ ਦੇ ਵਿੱਚ ਖੜਨਾ ਵੀ ਪੈ ਰਿਹਾ, ਜਦ ਕਿ ਪਲਾਂਟ ਦੇ ਵਿੱਚ ਦਾਖਲ ਹੋਣ ਤੇ
ਕਿਸਾਨ ਨੂੰ ਕਣਕ ਸਟੋਰ ਕਰਨ ਮਗਰੋਂ ਅੱਧੇ ਘੰਟੇ ਦੇ ਵਿੱਚ ਹੀ ਪੇਮੈਂਟ ਸਲਿੱਪ ਮਿਲ ਜਾਂਦੀ ਹੈ। ਮੰਡੀਆਂ ਵਿੱਚ ਜਿੱਥੇ ਮਜ਼ਦੂਰਾਂ ਵੱਲੋਂ ਸਫਾਈ ਕਰਕੇ ਕਣਕ ਭਰੀ ਜਾਂਦੀ ਹੈ, ਉੱਥੇ ਸਾਈਲੋ ਵਿੱਚ ਕਣਕ ਦੀ ਭਰੀ ਟਰਾਲੀ ਨੂੰ ਤੋਲ ਕੇ ਉਤਾਰਿਆ ਜਾਂਦਾ ਹੈ, ਜਿਸ ਨਾਲ ਸਮੇਂ ਦੀ ਵੀ ਬਚਤ ਹੁੰਦੀ ਹੈ। ਉੱਥੇ ਪ੍ਰਤੀ ਟਰਾਲੀ 3 ਤੋਂ ਲੈ ਕੇ 4,000 ਦਾ ਮੁਨਾਫਾ ਵੀ ਹੁੰਦਾ ਹੈ, ਕਿਉਂਕਿ ਅਡਾਨੀ ਗਰੁੱਪ ਦੇ ਸਾਈਲੋ ਗੋਦਾਮ ਦੇ ਵਿੱਚ ਸਟੋਰ ਕਰਨ ਦੇ ਲਈ ਭਾਰਤੀ ਖੁਰਾਕ ਨਿਗਮ ਯਾਨੀ ਕਿ FCI ਵੱਲੋਂ ਕਿਸਾਨਾਂ ਤੋਂ ਸਿੱਧੀ ਕਣਕ ਖਰੀਦੀ ਜਾ ਰਹੀ ਹੈ। ਅਡਾਨੀ ਸਾਈਲੋ ਪਲਾਂਟ ਦੇ ਮੈਨੇਜਰ ਨੇ ਇਹ ਗੱਲ ਕਹੀ ਹੈ ਕਿ ਸਾਈਲੋ ਪਲਾਂਟ ਦੇ ਵਿੱਚ ਹਰ ਰੋਜ਼ ਲਗਭਗ 1100 ਟਰਾਲੀਆਂ ਕਣਕ ਦੀਆਂ ਆ ਰਹੀਆਂ ਤੇ ਉਤਾਰੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਉਹ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੇ ਨੇ ਤੇ ਇਸ ਤੋਂ ਇਲਾਵਾ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ 48 ਤੋਂ ਲੈ ਕੇ 72 ਘੰਟਿਆਂ ਦੇ ਵਿੱਚ ਕਣਕ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੋੜ ਦੇ ਸੌਦੇ ਆ, ਗਰਜ ਦੇ ਸੌਦੇ ਆ, ਜਾਂ ਕਹਿ ਦਈਏ ਲੋੜ ਕਾਢ ਦੀ ਮਾਂ। ਅਸੀਂ ਪਹਿਲਾਂ ਹੋਰ ਸਾਂ, ਹੁਣ ਹੋਰ ਹਾਂ, ਜਾਂ ਅਸੀਂ ਪਹਿਲਾਂ ਸਹੀ ਸੀ ਤੇ ਜਾਂ ਅਸੀਂ ਪਹਿਲਾਂ ਗਲਤ ਸੀ ਤੇ ਜਾਂ ਅਸੀਂ ਹੁਣ ਸਹੀ ਹਾਂ ਤੇ ਜਾਂ ਅਸੀਂ ਹੁਣ ਗਲਤ ਹਾਂ। ਇਹਦੇ ਬਾਬਤ ਸਭ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਆ, ਪਰ ਮੇਰਾ ਮਨ ਇਹ ਗੱਲ ਕਹਿੰਦਾ ਵੀ ਹੁਣ ਸ਼ਾਇਦ ਅਡਾਨੀ ਗਰੁੱਪ ਵੀ ਇਹ ਸੋਚ ਰਿਹਾ ਹੋਊਗਾ ਕਿ ਜੇਕਰ ਅਸੀਂ 3 ਤੋਂ ਲੈ ਕੇ 4,000 ਰੁਪਏ ਦਾ ਲਾਲਚ ਦੇ ਦੇਈਏ, ਮੁਨਾਫਾ ਹੁੰਦਾ ਹੋਵੇ, ਤਾਂ ਫਿਰ ਇਹ ਸਾਰਾ ਕੁਝ ਭੁੱਲ ਵੀ ਜਾਂਦੇ ਆ। ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਕਿਸਾਨੀ ਨੂੰ ਮੁਨਾਫਾ ਨਾ ਹੋਵੇ, ਪਰ ਥੋੜ੍ਹਾ ਜਿਹਾ ਸਟੈਂਡ ਨਾਂ ਦੀ ਵੀ ਚੀਜ਼ ਹੁੰਦੀ ਹੈ, ਥੋੜ੍ਹੀ ਜਿਹੀ ਗੈਰਤ ਨਾਂ ਦੀ ਵੀ ਚੀਜ਼ ਹੁੰਦੀ ਹੈ। ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਚੱਲਿਆ, ਜਿਵੇਂ 700 ਦੇ ਕਰੀਬ ਕਿਸਾਨ ਆ ਜਿਹੜੇ ਉਹ ਸ਼ਹੀਦੀ ਪ੍ਰਾਪਤ ਕਰ ਗਏ, ਤੇ ਜਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਹੀ ਅਦਾਰਿਆਂ ਦੇ ਵੱਲ ਫਿਰ ਭੱਜੇ ਹਾਂ, ਇਹ ਬਿਲਕੁਲ ਉਵੇਂ ਹੀ ਆ ਜਿਵੇਂ ਕਿ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਕਿ ਫਲਾਣੀ ਕੰਪਨੀ ਦਾ ਕਦੇ TV ਚੈਨਲ ਨਹੀਂ ਦੇਖਣਾ ਚਾਹੀਦਾ, ਫਲਾਣੀ ਕੰਪਨੀ ਦੀ ਕਦੇ ਸਿਮ ਨਹੀਂ ਵਰਤਣੀ ਚਾਹੀਦੀ, ਪਰ ਆਪਾਂ ਸਾਰੇ ਅੱਜ ਕੱਲ੍ਹ ਮੁੜ ਘਿੜ ਕੇ ਉਹਨਾਂ ਪਾਸਿਆਂ ਦੇ ਵੱਲ ਫਿਰ ਚਲੇ ਗਏ ਹਾਂ। ਇਹਨਾਂ ਗੱਲਾਂ ਦੇ ਕਰਕੇ ਹੀ ਜਿਨ੍ਹਾਂ ਦੇ ਖਿਲਾਫ ਅਸੀਂ ਸੰਘਰਸ਼ ਕਰਦੇ ਹਾਂ, ਜਿਨ੍ਹਾਂ ਦੇ ਖਿਲਾਫ ਅਸੀਂ ਅੰਦੋਲਨ ਲੜਦੇ ਹਾਂ, ਉਹ ਜਾਣਦੇ ਆ ਜੀ ਕਿ ਇਹ ਬਹੁਤ ਥੋੜ੍ਹੇ ਸਮੇਂ ਦੇ ਲਈ ਗੱਲ ਚੇਤੇ ਰੱਖਣ ਵਾਲੇ ਲੋਕ ਆ। ਆਉਂਦੇ ਸਮੇਂ ਦੇ ਵਿੱਚ ਮੰਡੀਆਂ ਦੇ ਉੱਤੇ ਖਤਰਾ ਪੈਦਾ ਹੋਊਗਾ, ਇਹ ਗੱਲ ਪੱਕੀ ਆ, ਕਿਉਂਕਿ ਜਦੋਂ ਮੰਡੀਆਂ ਦੀ ਥਾਂ ਦੇ ਉੱਤੇ ਅਸੀਂ ਆਪਦੇ 2, 4, 5,000 ਰੁਪਏ ਦੇ ਮੁਨਾਫੇ ਦੇ ਲਈ ਉਹਨਾਂ ਥਾਵਾਂ ਦੇ ਵੱਲ ਜਾਵਾਂਗੇ ਜਿਨ੍ਹਾਂ ਨੂੰ ਕਿ ਅਸੀਂ ਹੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਇਹ ਕਿਸਾਨ ਮਾਰੂ ਆ, ਇਹ ਸਾਡੀਆਂ ਫਸਲਾਂ ਦੇ ਉੱਤੇ ਕਬਜ਼ਾ ਕਰਨ ਵਾਲੇ ਆ, ਇਹ ਸਾਡੀਆਂ ਨਸਲਾਂ ਨੂੰ ਵਿਗਾੜਨ ਵਾਲੇ ਆ, ਇਹ ਸਾਡੇ ਖੇਤਾਂ ਤੇ ਅੱਖ ਰੱਖੀ ਬੈਠੇ ਆ, ਅਸੀਂ ਭਵਿੱਖ ਦੇ ਵਿੱਚ ਇਹ ਗੱਲ ਕਹਿ ਨਹੀਂ ਸਕਾਂਗੇ। ਪਰ ਇਹ ਵੀ ਗੱਲ ਸੱਚੀ ਹੈ ਕਿ ਜੇਕਰ ਅਸੀਂ ਇਸੇ ਲੀਹ ਦੇ ਉੱਤੇ ਤੁਰੇ ਕਿ 1100 ਟਰਾਲੀ ਹੈ ਜਿਹੜੀ ਉਹ ਹਰ ਰੋਜ਼ ਜਾ ਕੇ ਸਾਈਲੋ ਪਲਾਂਟ ਦੇ ਮੂਹਰੇ ਲੱਗਦੀ ਹੈ, ਤਾਂ ਆਉਂਦੇ ਸਮੇਂ ਦੇ ਵਿੱਚ ਮੰਡੀਆਂ ਬੰਦ ਕਰਨ ਵਾਲਾ ਰਾਹ ਵੀ ਪੱਧਰਾ ਹੋਊਗਾ, ਆਉਂਦੇ ਸਮੇਂ ਦੇ ਵਿੱਚ ਸਾਈਲੋ ਪਲਾਂਟਾਂ ਦੀ ਗਿਣਤੀ ਵੀ ਵਧੂਗੀ, ਤੇ ਫਿਰ ਸਾਡੇ ਨਾਲ ਉਵੇਂ ਹੋਊਗਾ ਜਿਵੇਂ ਪਹਿਲਾਂ ਸਾਨੂੰ ਇੱਕ ਸਿਮ ਮੁਫਤ ਦੇ ਵਿੱਚ ਮਿਲਦਾ ਸੀ ਤੇ ਅੱਜ ਕੱਲ੍ਹ ਉਹਨਾਂ ਨੇ ਭਾਅ ਵਧਾ ਕੇ ਆਪਣੀ ਇੱਛਾ ਦੇ ਮੁਤਾਬਕ ਸਾਨੂੰ ਆਪਣੇ ਹੱਥ ਦੇ ਵਿੱਚ ਕੀਤਾ। ਉਵੇਂ ਹੀ ਇੱਧਰ ਅੱਜ 2, 4, 5,000 ਰੁਪਏ ਦਾ ਸ਼ਾਇਦ ਮੁਨਾਫਾ ਹੁੰਦਾ, ਤੇ ਭਵਿੱਖ ਦੇ ਵਿੱਚ ਜਦੋਂ ਸਾਨੂੰ ਆਦਤ ਪੈ ਗਈ, ਜਦੋਂ ਅਸੀਂ ਨਿਰਭਰ ਹੋ ਗਏ, ਜਦੋਂ ਉਹ ਸਾਡੀ ਕਮਜ਼ੋਰੀ ਬਣ ਗਏ, ਤਾਂ ਫਿਰ ਉਹਨਾਂ ਨੇ ਆਪਣੀ ਇੱਛਾ ਦੇ ਮੁਤਾਬਕ ਆਪਣੇ ਰਿਮੋਟ ਮੁਤਾਬਕ ਸਾਨੂੰ ਚਲਾਉਣਾ ਵੀ ਹੈ। ਸੋ ਮਰਜ਼ੀ ਸਭ ਦੀ ਆਪਣੀ ਆ, ਫਸਲ ਕਿਉਂਕਿ ਤੁਹਾਡੀ ਆਪਣੀ ਆ, ਇੱਛਾ ਤੁਹਾਡੀ ਆਪਣੀ ਆ, ਮੁਨਾਫਾ ਤੁਸੀਂ ਕਮਾਉਣਾ ਚਾਹੁੰਦੇ, ਹਰ ਬੰਦੇ ਨੂੰ ਹੱਕ ਹੈਗਾ ਕਮਾਉਣ ਦਾ, ਪਰ ਥੋੜ੍ਹਾ ਜਿਹਾ ਸਾਨੂੰ ਅਤੀਤ ਦੇ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਤੇ ਕਿਹੜੇ ਪਾਸਿਓਂ ਮੁੜ ਰਹੇ ਹਾਂ। ਸਮਾਂ ਬਿਆਨ ਕਰੂਗਾ ਕਿ ਜੋ ਅਸੀਂ ਅੱਜ ਮੋੜ ਕੱਟਿਆ ਉਹਦੇ ਨਤੀਜੇ ਕਿਹੋ ਜਿਹੇ ਨਿਕਲਦੇ ਆ। ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਸਿਰਸੇ ਵਾਲਾ ਗੁਰਮੀਤ ਰਾਮ ਰਹੀਮ ਦਾ ਡੇਰਾ ਜਿਹੜਾ ਉਹ ਹਨੀਪ੍ਰੀਤ ਦੇ ਵੱਲੋਂ ਹਾਈਜੈਕ ਕਰ ਲਿਆ ਗਿਆ। ਹਨੀਪ੍ਰੀਤ ਜਿਹਨੂੰ ਕਿ ਡੇਰਾ ਪ੍ਰੇਮੀ ਕਹਿੰਦੇ ਕਿ ਉਹ ਪਾਪਾ ਦੀ ਭਰੀ ਹੈ, ਪਰ ਬਾਕੀ ਲੋਕ ਆ ਜਿਹੜੇ ਉਹ ਆਪੋ ਆਪਣੀ ਇੱਛਾ ਦੇ ਮੁਤਾਬਕ ਜਿਵੇਂ ਤਸ਼ਬੀਹਾਂ ਦੇਣੀਆਂ, ਜਿਵੇਂ ਗੱਲਾਂ ਕਰਨੀਆਂ, ਉਹ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਆ। ਹਨੀਪ੍ਰੀਤ ਕੀ ਸੱਚੀ ਮੁੱਚੀ ਡੇਰੇ ਤੇ ਕਬਜ਼ਾ ਕਰ ਲਊ, ਕਿਉਂਕਿ ਪਿਛਲੇ ਦਿਨੀ ਇਹ ਵੀ ਗੱਲ ਸਾਹਮਣੇ ਆਈ ਸੀ ਜਿਹੜੀ ਕਿ ਚਿੱਠੀ ਦੇ ਰੂਪ ਦੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਹੋਰਾਂ ਨੇ ਲਿਖੀ ਕਿ ਸਾਡੇ ਡੇਰੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਪਾਟੋ ਧਾੜ ਨਹੀਂ। ਲੋਕ ਕਹਿੰਦੇ ਸੀ ਵੀ ਇਹ ਡੇਰਾ ਖੱਖੜੀਆਂ ਕਰੇਲੇ ਹੋ ਗਿਆ, ਇਹਦੇ ਉੱਤੇ ਹੁਣ ਹਨੀਪ੍ਰੀਤ ਦਾ ਕਬਜ਼ਾ, ਤੇ ਟੱਬਰ ਦੇ ਜੀ ਆ ਜਿਹੜੇ ਪੁੱਤ ਤੇ ਦੋਵੇਂ ਧੀਆਂ ਗੁਰਮੀਤ ਰਾਮ ਰਹੀਮ ਦੀਆਂ, ਉਹ ਆਪਣੇ ਨਿੱਕੇ ਨਿਆਣੇ ਲੈ ਕੇ ਤੇ ਲੰਡਨ ਦੇ ਵਿੱਚ ਸਿੱਟ ਹੋ ਰਹੇ ਆ। ਉਸ ਤੋਂ ਬਾਅਦ ਗੱਲ ਇਹ ਵੀ ਸਾਹਮਣੇ ਆਈ ਕਿ ਹਾਂ ਉਹ ਸੱਚੀ ਗੱਲ ਆ ਵੀ ਪਰਿਵਾਰ ਫੌਰਨ ਦੇ ਵਿੱਚ ਸ਼ਿਫਟ ਹੋ ਰਿਹਾ। ਹੁਣ ਸਾਰੀ ਗੱਲ ਆ ਗਈ ਕਿ ਹਨੀਪ੍ਰੀਤ ਨੇ ਡੇਰੇ ਦੇ ਉੱਤੇ ਕਬਜ਼ਾ ਕਰ ਲੈਣਾ, ਪਰ ਹਨੀਪ੍ਰੀਤ ਨੇ ਇਹਨਾਂ ਖਬਰਾਂ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨੇ ਤਾਂ ਅਫਵਾਹਾਂ ਕਿਹਾ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕੀ ਹਨੀਪ੍ਰੀਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੱਦੀ ਸੰਭਾਲੇਗੀ? 29 ਅਪ੍ਰੈਲ ਨੂੰ ਗੁਰਮੀਤ ਰਾਮ ਰਹੀਮ ਦੀ ਗੱਦੀ ਸੰਭਾਲਣ ਜਾ ਰਹੀ ਹੈ ਹਨੀਪ੍ਰੀਤ। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਸਵਾਲ ਪੁੱਛੇ ਜਾ ਰਹੇ ਨੇ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਗੁਰਮੀਤ ਰਾਮ ਰਹੀਮ ਦੇ ਸਮਰਥਕ ਹਨੀਪ੍ਰੀਤ ਨੂੰ ਲਗਾਤਾਰ ਸਵਾਲ ਕਰ ਰਹੇ ਨੇ ਕਿ ਕੀ ਉਹ ਗੁਰਮੀਤ ਰਾਮ ਰਹੀਮ ਦੀ ਗੱਦੀ ਤੇ ਬੈਠਣ ਜਾ ਰਹੀ ਹੈ। ਕਈ ਯੂਜ਼ਰਸ ਹਨੀਪ੍ਰੀਤ ਦੇ ਇੰਸਟਾਗ੍ਰਾਮ ਅਕਾਊਂਟ ਦੇ ਨਾਲ ਜੁੜੇ ਸਵਾਲ ਪੁੱਛ ਰਹੇ ਨੇ। ਹਨੀਪ੍ਰੀਤ ਨੂੰ ਇਹ ਵੀ ਗੱਲ ਪੁੱਛੀ ਜਾ ਰਹੀ ਹੈ ਕਿ 29 ਅਪ੍ਰੈਲ ਨੂੰ ਗੱਦੀ ਦੇ ਉੱਤੇ ਕਿਉਂ ਬੈਠਣ ਜਾ ਰਹੇ ਹੋ, ਕੀ ਬੈਠਣ ਜਾ ਰਹੇ ਹੋ। ਇਸ ਸਵਾਲ ਦੇ ਉੱਤਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਹੀ ਇਸ ਗੱਦੀ ਦੇ ਉੱਤੇ ਬਿਰਾਜਮਾਨ ਸਨ, ਹਨ ਤੇ ਰਹਿਣਗੇ। ਹਨੀਪ੍ਰੀਤ ਨੇ ਕਿਹਾ ਕਿ ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਵੀ, ਯਾਨੀ ਕਿ ਗੁਰਮੀਤ ਰਾਮ ਰਹੀਮ ਨੇ ਆਪਣੇ ਪੱਤਰ 'ਚ ਲਿਖਿਆ ਸੀ ਕਿ ਉਹ ਹੀ ਗੁਰੂ ਹਨ, ਉਹ ਹੀ ਗੁਰੂ ਰਹਿਣਗੇ ਤੇ ਸਾਰੀ ਸੰਗਤ ਉਹਨਾਂ ਦੇ ਵਿੱਚ ਪਹਿਲਾਂ ਵਾਂਗ ਹੀ
ਵਿਸ਼ਵਾਸ ਰੱਖੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਐਤਕੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਕਿ ਹੁਣੇ ਲੰਘੀਆਂ, ਉਹਨਾਂ ਦਾ ਨਤੀਜਾ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਡੇਰਿਆਂ ਦਾ ਕੋਈ ਚਮਤਕਾਰ ਨਹੀਂ ਚੱਲਦਾ। ਜੇਕਰ ਡੇਰਾ ਸਿਰਸਾ ਦਾ ਕੋਈ ਚਮਤਕਾਰ ਚੱਲਦਾ ਹੁੰਦਾ ਤਾਂ ਡੇਰੇਦਾਰ ਦੇ ਸਭ ਤੋਂ ਨੇੜਲੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ, ਜਿਨ੍ਹਾਂ ਨੇ ਕਿ ਆਜ਼ਾਦ ਤੌਰ ਦੇ ਉੱਤੇ ਚੋਣ ਲੜੀ, ਉਹਨਾਂ ਦਾ ਇੰਨਾ ਮਾੜਾ ਹਾਲ ਨਤੀਜੇ ਦੇ ਵਿੱਚ ਹੋਣਾ ਨਹੀਂ ਸੀ। ਜੇਕਰ ਇਦਾਂ ਦੀ ਗੱਲ ਹੁੰਦੀ ਕਿ ਡੇਰੇ ਦਾ ਪ੍ਰਭਾਵ ਚੱਲਦਾ ਤਾਂ ਫਿਰ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਸੀ ਕਿ ਫਲਾਣੀ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ ਜਾਣ ਜਾਂ ਇਸ਼ਾਰੇਨੁਮਾ ਗੱਲ ਕੀਤੀ ਗਈ ਸੀ ਮੈਸੇਜਾਂ ਦੇ ਰਾਹੀਂ, ਉਸ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਤਾਂ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਡੇਰਿਆਂ ਦਾ ਪ੍ਰਭਾਵ ਨਹੀਂ। ਪਰ ਜਿਸ ਤਰੀਕੇ ਦੇ ਨਾਲ 21 ਦਿਨ ਦੀ ਫਰਲੋ ਦੇ ਉੱਤੇ ਗੁਰਮੀਤ ਰਾਮ ਰਹੀਮ ਹੋਰੀ ਆਏ, ਜਿਸ ਤਰੀਕੇ ਦੇ ਨਾਲ ਹੁਣ ਜੇਲ੍ਹ ਦੇ ਵਿੱਚ ਬੰਦ ਹੈ, ਆਉਂਦੇ ਸਮੇਂ ਦੇ ਵਿੱਚ ਫਰਲੋ ਜਾਂ ਪੈਰੋਲ ਮਿਲੂ, ਇਹ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਹੈ। ਪਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਆਉਂਦੇ ਸਮੇਂ ਦੇ ਵਿੱਚ ਡੇਰੇ ਦੇ ਪ੍ਰੇਮੀ ਆ ਜਿਹੜੇ, ਉਹ ਆਪਣੀ ਏਕਤਾ ਦਾ ਪ੍ਰਗਟਾਵਾ ਕਰ ਸਕਦੇ, ਕਿਉਂਕਿ ਕਨਸੂਆਂ ਪ੍ਰਾਪਤ ਹੋ ਰਹੀਆਂ ਵੀ ਜਿਵੇਂ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਸੀਂ ਸਰਕਾਰਾਂ ਦੇ ਉੱਤੇ ਦਬਾਅ ਬਣਾਈਏ, ਹੁਣ ਭਾਵੇਂ ਉਹ ਦਬਾਅ ਬਣਾਉਣ ਦੀ ਸਮਰੱਥਾ ਤਾਂ ਘੱਟ ਆ, ਪਰ ਫਿਰ ਵੀ ਉਹਨਾਂ ਦੀ ਇੱਛਾ ਇਹ ਹੈ ਕਿ ਅਸੀਂ ਇਕਜੁੱਟਤਾ ਦਾ ਪ੍ਰਗਟਾਵਾ ਕਰੀਏ। ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਡੇਰਾ ਸਿਰਸਾ ਦੇ ਅੰਦਰ ਵੱਡੇ ਸਮਾਗਮ ਵੀ ਹੋਣ, ਸਲਾਬਤਪੁਰ ਵਾਲੇ ਡੇਰੇ ਦੇ ਵਿੱਚ ਵੀ ਸ਼ਾਇਦ ਵੱਡਾ ਸਮਾਗਮ ਹੋਵੇ, ਤਾਂ ਜੋ ਇਹ ਦੱਸਿਆ ਜਾ ਸਕੇ ਸਰਕਾਰਾਂ ਨੂੰ ਕਿ ਅਸੀਂ ਇੱਕ ਸਾਹ ਹਾਂ ਤੇ ਰਹਾਂਗੇ। ਬਾਕੀ ਵਕਤ ਦੱਸੂ ਆਉਂਦੇ ਸਮੇਂ ਦੇ ਵਿੱਚ ਇਹ ਗੱਲ ਕਿਹੜਾ ਮੋੜ ਕੱਟਦੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।